ਇਹਦੇ ਵਿੱਚ ਸਾਡੀ ਫੀਸ ਜਿਹੜੀ ਆਪਾਂ ਪੇ ਕਰਦੇ ਆ ਕਾਲਜ ਨੂੰ ਬਹੁਤ ਜ਼ਿਆਦਾ ਆ ਤੇ ਜਿਹੜੇ ਸਾਨੂੰ ਪੈਸੇ ਇੰਟਰਨਸ਼ਿਪ ਦੇ ਵਿੱਚ ਮਿਲਦੇ ਆ ਬਹੁਤ ਘੱਟ ਆ। ਤਾਂ ਸਾਡੀ ਮੰਗ ਵੀ ਸਰਕਾਰ ਨੇ ਇਹੀ ਆ ਵੀ ਸਾਡੇ ਪੈਸੇ ਤਾਂ ਇਨਕਰੀਜ਼ ਕਰਨ ਪਹਿਲ ਤੇ ਜਿਹੜੀਆਂ ਦੂਜੀਆਂ ਕੰਮ ਨੇ ਦਾਰੂ ਵਗੈਰਾ ਜੋ ਤੁਸੀਂ ਕਹਿ ਰਹੇ ਹੋ ਉਹ ਬਾਅਦ ਚੋਂ ਮੁੱਦਾ ਰੱਖਿਆ ਜਾਵੇ। ਜੇ ਆਪਾਂ ਕਹੀਏ ਵੀ ਆਪਾਂ ਸਰਕਾਰੀ ਕਾਲਜ 'ਚ ਪੜ੍ਹਦੇ ਆ ਜਾਂ ਪ੍ਰਾਈਵੇਟ ਕਾਲਜ 'ਚ ਪੜ੍ਹਦੇ ਆ ਇੰਨਾ ਕੁਝ ਫਰਕ ਲੱਗਦਾ ਨਹੀਂ ਜੇ ਆਪਾਂ ਫੀਸ ਨੂੰ ਲੈ ਕੇ ਦੇਖੀਏ। ਮੈਂ ਹੋਰਾਂ ਦਾ ਕੀ ਕਹਾਂ ਵੀ ਸਾਡੀ ਮੰਗ 5 ਦਿਨਾਂ ਤੋਂ ਚੱਲ ਰਹੀ ਹੈ, ਅੱਜ 5ਵਾਂ ਦਿਨ ਹੈ ਜੀ ਤੇ ਸਰਕਾਰ ਦਾ ਹਾਲੇ ਤੱਕ ਤਾਂ ਸਾਨੂੰ ਕੋਈ ਉੱਧਰੋਂ ਮੈਸੇਜ ਆਇਆ ਨਹੀਂ ਹੈਗਾ ਵੀ ਆਪਾਂ ਵਧਾਉਣੇ ਆ ਜਾਂ ਘਟਾਉਣਾ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ। ਤੁਸੀਂ ਦੇਖ ਰਹੇ ਹੋ ਦੀ ਸਿਟੀ ਹੈਡਲਾਈਨਸ। ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੇ ਵੱਡੇ ਦਾਅਵੇ ਕੀਤੇ ਸੀ ਸਿੱਖਿਆ ਨੂੰ ਲੈ ਕੇ ਤੇ ਸਿਹਤ ਸਹੂਲਤਾਂ ਨੂੰ ਲੈ ਕੇ ਕਿ ਪੰਜਾਬ ਦੇ ਵਿੱਚ ਜਿਹੜੀ ਸਿੱਖਿਆ ਹੈ ਉਹ ਫ੍ਰੀ ਕੀਤੀ ਜਾਊਗੀ। ਪਰ ਜੇ ਅਸੀਂ ਅੱਜ ਦੇ ਦੌਰ ਵਿੱਚ ਵੇਖੀਏ ਤੇ ਜ਼ਮੀਨੀ ਪੱਧਰ ਤੇ ਸਿੱਖਿਆ ਨੂੰ ਲੈ ਕੇ ਕੋਈ ਵੱਡੇ ਕਦਮ ਨਹੀਂ ਉਠਾਏ ਜਾ ਰਹੇ, ਪਰ ਦਾਰੂ ਜਿਹੜੀ ਹੈ ਸਸਤੀ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੋਰ ਵੀ ਕਈ ਕਦਮ ਜਿਹੜੇ ਨੇ ਮਾਨ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਵੱਲੋਂ ਚੱਕੇ ਜਾ ਰਹੇ ਨੇ। ਅਸੀਂ ਗੱਲਬਾਤ ਕਰਾਂਗੇ, ਸਾਡੇ ਨਾਲ ਕੁਝ ਯੂਨੀਵਰਸਿਟੀਜ਼ ਦੇ ਸਟੂਡੈਂਟ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ। ਭਾਈ ਜਿਹੜੀ ਐਲਕੋਹਲ ਦੇ ਰੇਟ ਸਸਤੇ ਹੋ ਰਹੇ ਨੇ ਜਾਂ ਹੋਰ ਵੀ ਜਿਹੜੇ ਕਦਮ ਉਠਾ ਰਹੀ ਹੈ ਸਰਕਾਰ, ਪਰ ਮੇਨ ਜਿਹੜਾ ਉਹਨਾਂ ਦਾ ਫੋਕਸ ਸੀਗਾ ਸਰਕਾਰ ਮੈਮੋਰੈਂਡਮ 'ਚੋਂ ਕਿ ਬਈ ਸਿੱਖਿਆ ਨੂੰ ਜਿਹੜਾ ਫ੍ਰੀ ਕਰਨਗੇ ਹਾਇਰ ਸਟੱਡੀਜ਼ ਤੱਕ, ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ? ਇਸ ਦੇ ਬਾਰੇ ਜੀ ਸਾਡੀ ਤਾਂ ਇਹੀ ਖਿਆਲ ਨੇ ਵੀ ਦੇਖੋ ਐਜੂਕੇਸ਼ਨ ਦਾ ਪ੍ਰਾਇਮਰੀ ਸੋਰਸ ਆ। ਬੇਸਿਕ ਕਿਸੇ ਵੀ ਨੈਸੈਸਿਟੀ ਨੂੰ ਜੇ ਆਪਾਂ ਦੇਖੀਏ ਤਾਂ ਐਜੂਕੇਸ਼ਨ ਪਹਿਲ ਤੇ ਆਉਣੀ ਚਾਹੀਦੀ ਆ। ਦਾਰੂ ਜਿਹੜੀਆਂ ਚੀਜ਼ਾਂ ਨੇ ਇਹ ਸੈਕੰਡਰੀ ਜਾਂ ਬਾਅਦ ਦੀਆਂ ਗੱਲਾਂ ਨੇ। ਜੇ ਆਪਾਂ ਪੰਜਾਬ 'ਚ ਵੀ ਦੇਖੀਏ ਸਾਡਾ ਜਿਹੜਾ ਪ੍ਰੋਟੈਸਟ ਚੱਲ ਰਿਹਾ ਇਸ ਦੇ ਰਿਲੇਟਡ ਚੱਲ ਰਿਹਾ ਵੀ ਸਾਨੂੰ ਤਨਖਾਹ ਜਿਹੜੀ ਆਪਾਂ 5 ਸਾਲ ਹੁੰਦੇ ਸੀ ਸਾਡੇ ਡਿਗਰੀ ਦੇ ਤੇ ਸਾਡੀ ਵੈਟਰਨਰੀ ਡਾਕਟਰ ਪ੍ਰੋਫੈਸ਼ਨਲ ਡਿਗਰੀ ਆ। ਇਹਦੇ ਵਿੱਚ ਸਾਡੀ ਫੀਸ ਜਿਹੜੀ ਆਪਾਂ ਪੇ ਕਰਦੇ ਆ ਕਾਲਜ ਨੂੰ ਬਹੁਤ ਜ਼ਿਆਦਾ ਆ ਤੇ ਜਿਹੜੇ ਸਾਨੂੰ ਪੈਸੇ ਇੰਟਰਨਸ਼ਿਪ ਦੇ ਵਿੱਚ ਮਿਲਦੇ ਆ ਬਹੁਤ ਘੱਟ ਆ। ਇਹ ਆਪਾਂ ਇਹ ਵਿਊ ਪੁਆਇੰਟ ਦੇ ਵਿੱਚ ਆਪਾਂ ਲੈ ਕੇ ਇਹ ਵੀ ਦੇਖ ਸਕਦੇ ਹਾਂ ਵੀ ਸਰਕਾਰ ਨੇ ਇਹ ਗੱਲਾਂ ਤਾਂ ਕੀਤੀਆਂ ਨੇ ਵੀ ਆਪਾਂ ਸਟੱਡੀ ਫ੍ਰੀ ਕਰਨੀ ਆ, ਪਰ ਇਹ ਹੁਣ ਦੇਖੋ ਸਾਡੀ ਸਰਕਾਰੀ ਸਾਡੀ ਡਿਗਰੀ ਆ ਨਾ ਤੇ ਸਾਡੀ ਫੀਸ ਤਾਂ ਬਹੁਤ ਜ਼ਿਆਦਾ, ਨਾ ਕੋਈ ਉਹ 'ਚ ਘੱਟ ਆਇਆ ਵਾਧਾ ਹੀ ਹੋ ਰਿਹਾ ਤੇ ਜੋ ਸਾਨੂੰ ਪੈਸੇ ਮਿਲ ਰਹੇ ਨੇ ਉਹ 'ਚ ਕੋਈ ਇਨਕਰੀਜ਼ ਨਹੀਂ ਕਰ ਰਹੇ। ਤਾਂ ਸਾਡੀ ਮੰਗ ਵੀ ਸਰਕਾਰ ਨੇ ਇਹੀ ਆ ਵੀ ਸਾਡੇ ਪੈਸੇ ਤਾਂ ਇਨਕਰੀਜ਼ ਕਰਨ ਪਹਿਲ ਤੇ ਜਿਹੜੀਆਂ ਦੂਜੀਆਂ ਕੰਮ ਨੇ ਦਾਰੂ ਵਗੈਰਾ ਜੋ ਤੁਸੀਂ ਕਹਿ ਰਹੇ ਹੋ ਉਹ ਬਾਅਦ ਚੋਂ ਮੁੱਦਾ ਰੱਖਿਆ ਜਾਵੇ ਵੀ ਪਹਿਲਾਂ ਐਜੂਕੇਸ਼ਨ ਦਾ ਜ਼ਰੂਰ ਰੱਖੀ ਜਾਵੇ ਪਹਿਲ ਤੇ। ਜੇ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਗੜਵਾਸੂ ਦਾ ਵੀ ਬਹੁਤ ਨਾਮ ਹੈਗਾ ਵਾ, ਪੂਰੇ ਇੰਡੀਆ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਬਹੁਤ ਵੱਡਾ ਨਾਮ ਹੈ। ਪਰ ਜੇ ਅਸੀਂ ਫੀਸ ਦੀ ਗੱਲ ਕਰੀਏ ਤਾਂ ਇੱਕ ਸਰਕਾਰੀ ਅਦਾਰੇ ਦੇ ਅੰਦਰ ਹੋਣ ਤੋਂ ਬਾਅਦ ਵੀ ਜਿਹੜੀ ਫੀਸ ਹੈ ਇਹਨਾਂ ਦੀ ਯੂਨੀਵਰਸਿਟੀਜ਼ ਦੀ ਬਹੁਤ ਜ਼ਿਆਦਾ ਹੈ। ਇਸ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਹੈ, ਇੱਕ ਕੁੜੀ ਦੀ ਜਿਹੜੀ ਹੈ ਸੁਸਾਈਡ ਦਾ ਵੀ ਕਾਰਨ ਆਇਆ ਸੀਗਾ ਫੀਸ ਨੂੰ ਲੈ ਕੇ। ਉਹ ਸਰ PAU ਦੀ ਨਿਊਜ਼ ਸੀਗੀ ਜਿਹੜੀ ਤੁਸੀਂ ਕੁੜੀ ਬਾਰੇ ਗੱਲ ਕਰ ਰਹੇ ਹੋ। ਫੀਸ ਦੀ ਜਿਵੇਂ ਫੀਸ ਬਹੁਤ ਜ਼ਿਆਦਾ ਹੈ ਸਰ, ਹੁਣ ਐਂ ਲੱਗਦਾ ਨਹੀਂ ਜੇ ਆਪਾਂ ਕਹੀਏ ਵੀ ਆਪਾਂ ਸਰਕਾਰੀ ਕਾਲਜ 'ਚ ਪੜ੍ਹਦੇ ਹਾਂ ਜਾਂ ਪ੍ਰਾਈਵੇਟ ਕਾਲਜ 'ਚ ਪੜ੍ਹਦੇ ਹਾਂ ਇੰਨਾ ਕੁਝ ਫਰਕ ਲੱਗਦਾ ਨਹੀਂ ਜੇ ਆਪਾਂ ਫੀਸ ਨੂੰ ਲੈ ਕੇ ਦੇਖੀਏ। ਸਰਕਾਰੀ ਫੀਸ ਵੀ ਉਨੀ ਵਧਣ ਡਈ ਹੈ ਜਿੰਨੀ ਪ੍ਰਾਈਵੇਟ ਫੀਸ ਆ। ਤਾਂ ਕੁੜੀ ਦਾ ਜਿਹੜਾ ਤੁਸੀਂ ਡੈਥ ਦੀ ਗੱਲ ਕਰ ਰਹੇ ਹੋ ਉਸ ਦੀ ਕੁੜੀ ਦੇ ਵੀ ਰੀਜ਼ਨਸ ਇਹੀ ਉਹ ਕੁੜੀ ਨੇ ਦੱਸੇ ਸੀਗੇ ਲੈਟਰ ਦੇ ਵਿੱਚ ਵੀ ਮੈਨੂੰ ਪੈਸਾ ਬਹੁਤ ਲਾ ਰਹੇ ਨੇ ਮੇਰੇ ਘਰ ਦੇ, ਜਿਸ ਕਰਕੇ ਵੀ ਯੂਨੀਵਰਸਿਟੀ ਦੀ ਫੀਸ ਬਹੁਤ ਜ਼ਿਆਦਾ ਆ ਤੇ ਮੈਨੂੰ ਆਪਣੇ ਆਪ ਨੂੰ ਚੰਗਾ ਨਹੀਂ ਲੱਗ ਰਿਹਾ ਪੜ੍ਹ ਕੇ ਵੀ ਮੈਂ ਸਰਕਾਰੀ 'ਚ ਪੜ੍ਹ ਰਹੀ ਹਾਂ ਜਾਂ ਪ੍ਰਾਈਵੇਟ 'ਚ ਪੜ੍ਹ ਰਹੀ ਹਾਂ। ਹੁਣ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ? ਸਰਕਾਰਾਂ ਤੋਂ ਕੀ ਮੰਗ ਕਰਦੇ ਹੋ ਕਿ ਜਿਸ ਤਰ੍ਹਾਂ ਵੀ ਜਿਹੜੀ ਐਜੂਕੇਸ਼ਨ ਹੈ, ਜਿਹੜੇ ਸਰਕਾਰ ਨੇ ਦਾਅਵੇ ਕੀਤੇ ਸੀਗੇ ਕਿ ਫ੍ਰੀ ਕਰਾਂਗੇ, ਤੇ ਹੁਣ ਕੀ ਮੰਗ ਕਰਦੇ ਹੋ, ਕੀ ਉਮੀਦ ਕਰਦੇ ਹੋ ਕਿ ਸਰਕਾਰਾਂ ਤੋਂ ਕਿ ਕਦ ਤੱਕ ਕੋਈ ਐਕਸ਼ਨ ਪਲਾਨ ਉਹਨਾਂ ਦਾ ਤਿਆਰ ਹੋਏਗਾ? ਸਰ, ਸਾਡੀ ਮੰਗ ਤਾਂ ਦੇਖੋ ਜੇ ਮੈਂ ਹੋਰਾਂ ਦਾ ਤਾਂ ਕੀ ਕਹਾਂ ਵੀ ਸਾਡੀ ਮੰਗ 5 ਦਿਨਾਂ ਤੋਂ ਚੱਲ ਰਹੀ ਹੈ, ਅੱਜ 5ਵਾਂ ਦਿਨ ਆ ਜੀ ਤੇ ਸਰਕਾਰ ਦਾ ਹਾਲੇ ਤੱਕ ਤਾਂ ਸਾਨੂੰ ਕੋਈ ਉੱਧਰੋਂ ਮੈਸੇਜ ਆਇਆ ਨਹੀਂ ਹੈਗਾ ਵੀ ਆਪਾਂ ਵਧਾਉਣੇ ਆ ਜਾਂ ਘਟਾਉਣਾ। ਵੀ ਸਾਡਾ ਤਾਂ ਮੰਗ ਨੋਰਮਲ ਜੀ ਮੰਗ ਆ ਵੀ ਆਪਾਂ ਫੀਸ ਨੂੰ ਲੈ ਕੇ ਦੇਖੀਏ ਤਾਂ ਬਹੁਤ ਘੱਟ ਆਪਾਂ ਮੰਗ ਆ ਸਾਡੀ, ਵੀ ਇੰਨੀ ਕੁਝ ਜ਼ਿਆਦਾ ਮੰਗ ਵੀ ਨਹੀਂ ਹੈਗੀ। ਠੀਕ ਹੈ, ਸਾਡੇ ਨਾਲ ਹੋਰ ਵੀ ਵਿਦਿਆਰਥੀ ਨੇ ਮੌਜੂਦ ਨੇ, ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਨਾਮ? ਜਸਮਨਦੀਪ ਸਿੰਘ ਜੀ। ਜਸਮਨਦੀਪ ਸਿੰਘ ਜੀ, ਤੁਸੀਂ ਕਿੱਦਾਂ ਦੇਖਦੇ ਹੋ ਕਿ ਜਿਹੜੇ ਬਾਕੀ ਜਿਹੜੇ ਐਕਸ਼ਨ ਪਲਾਨ ਨੇ ਗਵਰਨਮੈਂਟ ਵੱਲੋਂ ਚੱਕੇ ਜਾ ਰਹੇ ਨੇ, ਪਰ ਐਜੂਕੇਸ਼ਨ ਫ੍ਰੀ ਦੀ ਗੱਲ ਹੋਈ ਸੀਗੀ ਜਿਹੜਾ ਕਿ ਜਿਸ ਦੇ ਉੱਤੇ ਜਿਹੜਾ ਯੂਥ ਹੈ ਉਹ ਵੀ ਬਹੁਤ ਪ੍ਰੋਤਸਾਹਿਤ ਹੋਇਆ ਸੀਗਾ ਤੇ ਨਵੀਂ ਗਵਰਨਮੈਂਟ 'ਚੋਂ ਬਹੁਤ ਆਪਣਾ ਯੋਗਦਾਨ ਪਾਇਆ ਸੀਗਾ, ਕਿਸ ਤਰ੍ਹਾਂ ਦੇ? ਜਿਵੇਂ ਪਹਿਲਾਂ ਗੱਲ ਹੋਈ ਕਿ ਸ਼ਰਾਬ ਦੇ ਰੇਟ ਘਟਾਏ ਜਾ ਰਹੇ ਆ, ਮਾਨ ਸਾਹਿਬ ਨੇ ਇਹੀ ਕਿਹਾ ਸੀ ਕਿ ਉਹ ਸ਼ਰਾਬ 'ਚੋਂ ਹੀ ਪੈਸਾ ਕੱਢਣਗੇ ਪੰਜਾਬ ਦੀ ਇਕਨੋਮੀ ਚਲਾਉਣ ਲਈ। ਤਾਂ ਇਹ ਉਹਨਾਂ ਦੀ ਇੱਕ ਪਾਲਿਸੀ ਹੋ ਸਕਦੀ ਹੈ ਕਿ ਇਹਦੇ ਵਿੱਚੋਂ ਵੱਧ ਉਹ ਰੈਵਨਿਊ ਲੈਣ ਦੀ ਹੋ ਸਕਦਾ ਹੈ, ਸ਼ਰਾਬ ਦੀ ਸੇਲ ਵੱਧ ਜੇ ਅਤੇ ਇਹੀ ਸ਼ਰਾਬ ਦੀ ਸੇਲ ਅੱਗੇ ਜਾ ਕੇ ਸਾਡੀ ਐਜੂਕੇਸ਼ਨ ਨੂੰ ਸਪੋਰਟ ਕਰ ਸਕਦੀ ਹੈ। ਹੁਣ ਆਉਣ ਵਾਲੇ ਬਜਟ ਤੋਂ ਆਪਾਂ ਨੂੰ ਪਤਾ ਲੱਗੂਗਾ ਕਿ ਉਹ ਕਿਹੜੀ ਸਾਈਡ ਕਿੰਨਾ ਐਲੋਕੇਟ ਕਰ ਰਹੇ ਹੈਗੇ। ਤਾਂ ਹਜੇ ਤੱਕ ਤਾਂ ਉਹਨਾਂ ਤੋਂ ਆਸ ਹੈ ਕਿ ਕੁਛ ਨਾ ਕੁਛ ਉਹ ਕਰਨਗੇ। ਉਹਨਾਂ ਦੀ ਸਰਕਾਰ ਬਣੀ ਨੂੰ ਵੀ ਹਜੇ ਬਹੁਤ ਘੱਟ ਟਾਈਮ ਹੋਇਆ, ਆਪਾਂ ਇੰਨੀ ਜਲਦੀ ਕੋਈ ਉਹਨਾਂ ਦਾ ਉਹ ਨਹੀਂ ਕਰ ਸਕਦੇ, ਡਿਸੀਜ਼ਨ ਨਹੀਂ ਲੈ ਸਕਦੇ ਕਿ ਸਹੀ ਕਰ ਰਹੇ ਜਾਂ ਗਲਤ। ਜੋ ਉਹ ਬਜਟ ਦੇ ਵਿੱਚ ਕਹਿਣਗੇ ਉਹਦੇ ਤੋਂ ਆਪਾਂ ਦੇਖਾਂਗੇ ਕਿ ਕੀ ਹੋ ਰਿਹਾ ਹੈਗਾ ਪੰਜਾਬ ਦੇ ਵਿੱਚ ਅਸਲ 'ਚ ਜੀ।
ਸੋ ਇਹ ਸਨ ਸਾਡੇ ਨਾਲ ਬੱਚੇ ਕੁਝ ਮੌਜੂਦ ਸਨ ਜਿਨ੍ਹਾਂ ਦੇ ਆਪਣੇ ਵੱਖ-ਵੱਖ ਰਾਏ ਨੇ। ਕੋਈ ਸਹੀ ਕਹਿ ਰਿਹਾ ਤੇ ਕੋਈ ਕਹਿ ਰਿਹਾ ਕਿ ਜਿਹੜੀ ਦਾਰੂ ਨੇ ਉਹ ਸਸਤੀ, ਇਹਦਾ ਇੱਕ ਪਾਰਟ ਹੋ ਸਕਦਾ ਅੱਗੇ ਚੱਲ ਕੇ ਜਿਹੜਾ ਐਜੂਕੇਸ਼ਨ 'ਚ ਉਹ ਸਾਡੇ ਲਈ ਹੈਲਪਫੁਲ ਹੋ ਸਕਦੀ ਹੈ। ਅਸੀਂ ਕੁਝ ਹੋਰ ਬੱਚਿਆਂ ਨਾਲ ਗੱਲਬਾਤ ਕਰਾਂਗੇ। ਸੋ ਸਾਡੇ ਨਾਲ ਕੁਝ ਹੋਰ ਸਟੂਡੈਂਟਸ ਮੌਜੂਦ ਨੇ ਜਿਨ੍ਹਾਂ ਨਾਲ ਆਪਾਂ ਇਸੇ ਟੌਪਿਕ ਤੇ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਵਿਨੀਤਾ ਹੈ ਤੇ ਮੈਂ 4th ਈਅਰ ਸਟੂਡੈਂਟ ਹਾਂ, ਵੈਟਨਰੀ ਸਟੂਡੈਂਟ। ਵੈਟਨਰੀ ਵਿਨੀਤਾ ਜੀ, ਗੱਲਬਾਤ ਕਰਦੇ ਹਾਂ ਜੇਕਰ ਇਲੈਕਸ਼ਨ ਤੋਂ ਪਹਿਲਾਂ ਜਿਹੜੀ ਆਮ ਆਦਮੀ ਪਾਰਟੀ ਉਹਦੇ ਦਾਅਵੇ ਸੀਗੇ ਕਿ ਸਿੱਖਿਆ ਨੂੰ ਫ੍ਰੀ ਕੀਤੀ ਜਾਏਗੀ ਤੇ ਸਿਹਤ ਤੇ ਫੋਕਸ ਕੀਤਾ ਜਾਏਗਾ, ਪਰ ਹੁਣ ਅੱਜ ਦੇ ਟਾਈਮ 'ਚ ਅਸੀਂ ਦੇਖੀਏ ਉਹ ਜ਼ਿਆਦਾ ਦਾਰੂ ਤੇ ਹੋਰ ਕੰਮਾਂ ਤੇ ਫੋਕਸ ਕਰ ਰਹੇ ਨੇ, ਪਰ ਹਜੇ ਤੱਕ ਜਿਹੜੀ ਐਜੂਕੇਸ਼ਨ ਵੱਲ ਜ਼ਮੀਨੀ ਪੱਧਰ ਤੇ ਕੋਈ ਕਦਮ ਨਹੀਂ ਉਠਾਇਆ ਗਿਆ ਵਾ। ਕੀ ਕਹਿਣ, ਕਿੱਦਾਂ ਦੇਖਦੇ ਹੋ? ਜਿਵੇਂ ਕਿ ਪੰਜਾਬ ਨੇ ਇਸ ਵਾਰ ਬਹੁਤ ਜ਼ਿਆਦਾ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਹੈ। 91 ਸੀਟਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਵਾਅਦੇ ਬਹੁਤ ਜ਼ਿਆਦਾ ਕੀਤੇ ਗਏ ਨੇ ਤੇ ਹਜੇ ਤੱਕ ਜਦੋਂ ਦੀ ਸਰਕਾਰ ਆਈ ਹੈ ਤੇ ਉਹਨਾਂ ਨੇ ਕੁਝ ਕਦਮ ਲਏ ਨੇ, ਪਰ ਉਹ ਕਦਮ ਪੜ੍ਹਾਈ ਤੇ ਸਿਹਤ ਦੇ ਹਿਸਾਬ ਦੇ ਨਾਲ ਉਹਨਾਂ ਨੇ ਉਸ ਹਿਸਾਬ ਤੇ ਨਹੀਂ ਲਏ ਨੇ। ਜਿਵੇਂ ਕਿ ਹੁਣ ਦੇਖਿਆ 40% ਐਕਸਾਈਜ਼ ਘਟਾ ਦਿੱਤੀ ਗਈ ਹੈ ਦਾਰੂ ਦੇ ਉੱਤੇ, ਬਟ ਅਸੀਂ ਕਦੋਂ ਤੋਂ ਇਹ ਮੰਗ ਕਰ ਰਹੇ ਹਾਂ, ਜਦੋਂ ਦੀ ਸਰਕਾਰ ਆਈ ਹੈ ਉਦੋਂ ਤੋਂ ਮੰਗ ਕਰ ਰਹੇ ਹਾਂ ਕਿ ਸਾਡਾ ਸਟਾਈਪੈਂਡ ਜਿਹੜਾ ਹੈ ਉਹ ਵਧਾਇਆ ਜਾਵੇ, ਲੇਕਿਨ ਇਹਦੇ ਉੱਤੇ ਉਹਨਾਂ ਨੇ ਗੌਰ ਨਹੀਂ ਕੀਤਾ। ਤੇ ਹੁਣ ਅਸੀਂ ਜਦੋਂ ਤੋਂ ਪ੍ਰੋਟੈਸਟ ਕਰ ਰਹੇ ਹਾਂ, ਸਿਰਫ ਉਦੋਂ ਤੋਂ ਸਾਡੀਆਂ ਕੁਝ ਮੀਟਿੰਗਸ ਹੋਈਆਂ ਨੇ ਤੇ ਮੀਡੀਆ ਦੇ ਕਰਕੇ ਹੀ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਪਾ ਰਹੇ ਹਾਂ। ਪਰ ਜਿਹੜੀ ਸਾਡਾ ਮੇਨ ਸਵਾਲ ਹੈ, ਮੇਨ ਫੋਕਸ ਹੈ ਕਿ ਗਵਰਨਮੈਂਟ ਦਾ ਇਹ ਕਿਸ ਤਰੀਕੇ ਦਾ ਤੁਸੀਂ ਇਹ ਜਿਹੜਾ ਸਟੈਪ ਹੈ ਦੇਖਦੇ ਹੋ, ਐਜੂਕੇਸ਼ਨ ਤੇ ਜ਼ਮੀਨੀ ਪੱਧਰ ਤੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ। ਐਜੂਕੇਸ਼ਨ ਫ੍ਰੀ ਕਰਨ ਦੀ ਗੱਲ ਕੀਤੀ ਸੀਗੀ, ਪਰ ਦੂਜੇ ਕੰਮ ਹੋਰ ਵੀ ਹੋ ਰਹੇ ਨੇ, ਸਟੈਪ ਚੱਕੇ ਜਾ ਰਹੇ ਨੇ। ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ? ਮੈਨੂੰ ਇੱਦਾਂ ਲੱਗਦਾ ਹੈ ਕਿ ਸਰਕਾਰ ਨੂੰ ਐਜੂਕੇਸ਼ਨ ਦੇ ਉੱਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਸੀ, ਬਲਕਿ ਉਹਦਾ ਬਿਲਕੁਲ ਉਲਟਾ ਹੋ ਰਿਹਾ। ਸਾਡੀ ਜਿਹੜੀ ਫੀਸ ਹੈਗੀ ਆ ਉਹ 10% ਹੋਰ ਵਧਾ ਦਿੱਤੀ ਜਾਂਦੀ ਹੈ ਹਰ ਸਾਲ, ਬਲਕਿ ਉਹਨੂੰ ਘਟਾਉਣਾ ਚਾਹੀਦਾ ਸੀ। ਇਸੇ ਕਰਕੇ ਜਿਹੜੀ ਹੈ ਸਾਡੇ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਬਾਹਰ ਚਲੀ ਜਾਂਦੀ ਹੈ। ਬਲਕਿ ਜਿਵੇਂ ਕਿ ਸਾਡੇ ਸੀਐਮ ਸਾਹਿਬ ਨੇ ਕਿਹਾ ਸੀ ਇਲੈਕਸ਼ਨਸ ਤੋਂ ਪਹਿਲਾਂ ਕਿ ਸਟੂਡੈਂਟਸ ਨੂੰ ਅਸੀਂ ਬਾਹਰ ਨਹੀਂ ਜਾਣ ਦੇਵਾਂਗੇ ਤੇ ਇੱਥੇ ਹੀ ਲੈ ਕੇ ਆਵਾਂਗੇ, ਬਾਹਰ ਵਾਲੇ ਬੱਚਿਆਂ ਨੂੰ ਵੀ ਇੱਥੇ ਲੈ ਕੇ ਆਵਾਂਗੇ ਤੇ ਇੱਥੇ ਦਾ ਰੋਜ਼ਗਾਰ ਜਿਹੜਾ ਵਧਾਵਾਂਗੇ। ਲੇਕਿਨ ਇਹਦਾ ਬਿਲਕੁਲ ਉਲਟਾ ਹੋ ਰਿਹਾ ਹੈ। ਉਹਨਾਂ ਦਾ ਧਿਆਨ ਜਿਹੜਾ ਹੈ ਉਹ ਸਿਹਤ ਤੇ ਐਜੂਕੇਸ਼ਨ ਦੇ ਉੱਤੋਂ ਹਟ ਕੇ ਦੂਜੀਆਂ ਚੀਜ਼ਾਂ ਦੇ ਉੱਤੇ ਜ਼ਿਆਦਾ ਹੈ। ਤੁਸੀਂ ਕਿੱਦਾਂ ਇਸ ਚੀਜ਼ ਨੂੰ ਦੇਖਦੇ ਹੋ? ਸਰ ਆਈ ਫੀਲ ਕਿ ਜਿਵੇਂ ਹੁਣ ਸਰਕਾਰ ਆਈ ਆ, ਜੇ ਪੰਜਾਬ ਦੇ ਲੋਕਾਂ ਨੇ ਸੋਚ ਸਮਝ ਕੇ ਹੀ ਉਹਨਾਂ ਨੂੰ ਬਣਾਇਆ ਹੋਊਗਾ। ਹੁਣ ਸਰਕਾਰ ਨੂੰ ਤਕਰੀਬਨ 6 ਮਹੀਨੇ ਹੋ ਚੁੱਕੇ ਨੇ ਤੇ ਹੁਣ ਆਈ ਫੀਲ ਸਰਕਾਰ ਨੂੰ ਇੱਧਰ ਫੋਕਸ ਕਰਨਾ ਚਾਹੀਦਾ। ਜੋ ਉਹਨਾਂ ਨੇ ਪੁਆਇੰਟਸ ਕਹੇ ਸੀ, ਉਹਨਾਂ ਨੇ ਮੋਮੈਂਟੋ ਦੇ ਬਣਾਏ ਸੀਗੇ। ਸੋ ਹੁਣ ਇਹ ਹੈਗਾ ਕਿ ਹੁਣ ਆਪਾਂ ਨੂੰ ਫੋਕਸ ਕਰਵਾਉਣਾ ਪੈਣਾ ਸਰਕਾਰ ਨੂੰ ਕਿ ਇੱਧਰ ਦੇਖੋ ਇਹ ਕੰਸਰਨ ਹੈਗੇ ਆ, ਦਿਸ ਇਜ਼ ਵਾਟ, ਇਹ ਜੋ ਚੀਜ਼ਾਂ ਨੇ ਸਟੂਡੈਂਟਸ ਨੂੰ ਚਾਹੀਦੀਆਂ ਨੇ। ਹੁਣ ਆਪਾਂ ਡੈਫੀਨੇਟਲੀ ਹੁਣ ਸਰਕਾਰ ਨਾਲ ਵੀ ਹੈਵ ਐਕਸਪੈਕਟੇਸ਼ਨਸ। ਹੁਣ ਜਦੋਂ ਦਾ ਅਸੀਂ ਪ੍ਰੋਟੈਸਟ ਸ਼ੁਰੂ ਕੀਤਾਗਾ, ਹੁਣ ਸਾਨੂੰ ਕਾਫੀ ਆਮ ਆਦਮੀ ਦੇ ਰਿਪਰੈਜ਼ੈਂਟੇਟਿਵਸ ਮਿਲਣ ਵੀ ਆਉਂਦੇ ਨੇ ਤੇ ਕਹਿੰਦੇ ਹੁਣ ਸਾਡੀ ਜਿਹੜੀ ਫਾਈਲ ਆ ਸੀਐਮ ਸਾਹਿਬ ਤੱਕ ਪਹੁੰਚ ਰਹੀ ਹੈ। ਸੋ ਆਫਟਰ ਚਾਏ ਪ੍ਰੋਟੈਸਟ ਤੋਂ ਬਾਅਦ ਮੈਨੂੰ ਲੱਗਦਾ ਕਿ ਸਰਕਾਰ ਨੇ ਚਲੋ ਸੁਣ ਰਹੀ ਹੈ, ਦੇਰ ਸਹੀ ਪਰ ਦਰ ਸਹੀ। ਸਿੱਖਿਆ ਫ੍ਰੀ ਨੂੰ ਕਿੱਦਾਂ ਦੇਖਦੇ ਹੋ? ਜਿਹੜੇ ਦੂਜੇ ਮੁੱਦੇ ਚੱਕੇ ਜਾ ਰਹੇ ਪਰ ਜ਼ਮੀਨੀ ਪੱਧਰ ਤੇ ਸਿੱਖਿਆ ਫ੍ਰੀ ਲਈ ਕੋਈ ਕੰਮ ਨਹੀਂ ਕੀਤਾ ਗਿਆ, ਇਸ ਚੀਜ਼ ਨੂੰ ਕਿੱਦਾਂ ਦੇਖਦੇ? ਸਿੱਖਿਆ ਫ੍ਰੀ ਡੈਫੀਨੇਟਲੀ ਹੁਣ ਸਰਕਾਰ ਨੂੰ ਦੇਖਣਾ ਤਾਂ ਚਾਹੀਦਾ। ਸਿੱਖਿਆ ਇਜ਼ ਵੈਰੀ ਇੰਪੋਰਟੈਂਟ। ਜੇ ਆਪਾਂ ਪੰਜਾਬ ਨੂੰ ਗਾਂਹ ਵਧਾਉਣਾ ਹੈ ਤਾਂ ਸਿੱਖਿਆ ਪ੍ਰਾਈਮ ਹੈ। ਤੇ ਜਿਵੇਂ ਸਰ ਨੇ ਕਿਹਾ ਸੀਗਾ ਸਿੱਖਿਆ ਫ੍ਰੀ ਕਰਨੀ ਹੈ ਤੇ ਉਸ ਵੱਲ ਸਰਕਾਰ ਨੂੰ ਪਹਿਲਾਂ ਫੋਕਸ ਕਰਨਾ ਚਾਹੀਦਾ ਹੈ ਕਿ ਸਿੱਖਿਆ ਵੱਲ ਵੇਖੋ, ਬਿਕੋਜ਼ ਇਹ ਨੀਡ ਆਫ ਦਾ ਆਵਰ ਆ। ਜੇ ਜਵਾਕ ਪੜ੍ਹਨਗੇ ਤਾਂ ਹੀ ਅੱਗੇ ਵਧਣਗੇ, ਤਾਂ ਹੀ ਪੰਜਾਬ ਅੱਗੇ ਵਧੂਗਾ। ਨੀਤਾ ਜੀ, ਗੱਲਬਾਤ ਕਰਦੇ ਆ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜੀ ਐਲਕੋਹਲ ਹੈ ਇਹ ਬਾਅਦ ਦੀ ਗੱਲਾਂ ਨੇ, ਪਹਿਲਾਂ ਐਜੂਕੇਸ਼ਨ ਫ੍ਰੀ ਵੱਲ ਹੋਣਾ ਚਾਹੀਦਾ ਸੀ। 10% ਦੀ ਹਾਈਕ ਹੁੰਦੀ ਹੈ, ਉਹ ਵੀ ਘਟਣਾ ਚਾਹੀਦਾ ਸੀ। ਪਰ ਇੱਕ ਪਾਸੇ ਇਹ ਵੀ ਪਲਾਨ ਹੋ ਸਕਦਾ ਉਹਨਾਂ ਦਾ, ਕਿਉਂਕਿ ਜਿਹੜਾ ਐਕਸਾਈਜ਼ ਹੈ ਇਹ 20% ਤੱਕ ਤੋਂ ਐਕਸਾਈਜ਼ ਟੈਕਸ ਵਧਣ ਦੀ ਗੱਲ ਹੋ ਰਹੀ ਹੈ ਨਵੇਂ ਪੋਲਿਸੀ ਨਾਲ। ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਕਰਨਾਟਕਾ, ਤੇਲੰਗਾਨਾ ਵਗੈਰਾ 'ਚੋਂ ਸਾਡੇ ਪੰਜਾਬ ਨਾਲੋਂ ਘੱਟ ਜਿਹੜਾ ਐਲਕੋਹਲ ਸੇਲ ਹੁੰਦੀ ਆ, ਬਟ ਉਹਨਾਂ ਦੀ ਐਕਸਾਈਜ਼ ਡਿਊਟੀ ਜ਼ਿਆਦਾ ਕਲੈਕਟ ਹੁੰਦੀ ਹੈ। ਹੋ ਸਕਦਾ ਹੈ ਕਿ ਗਵਰਨਮੈਂਟ ਪੋਲਿਸੀ ਤਿਆਰ ਕਰ ਰਹੀ ਹੋਵੇ, ਐਕਸਾਈਜ਼ ਜਦੋਂ ਵਧੂਗਾ ਇਨਕਮ ਵਧੂਗੀ ਗਵਰਨਮੈਂਟ ਦੀ, ਹੋ ਸਕਦਾ ਸਾਡੇ ਵੱਲ ਦੇ। ਦੇਖੋ, ਪਾਲਿਸੀਜ਼ ਨੂੰ ਮਾੜਾ ਨਹੀਂ ਕਹਿ ਰਿਹਾ, ਪਾਲਿਸੀਜ਼ ਸਰਕਾਰ ਦੀਆਂ ਹੋ ਸਕਦੀਆਂ ਨੇ, ਲੇਕਿਨ ਗੱਲ ਹੈ ਕਿਹੜੀ ਪਾਲਿਸੀ ਨੂੰ ਪ੍ਰਾਇੋਰਟੀ ਦੇਣੀ ਹੈ। ਮੈਂ ਉਹ ਗੱਲ ਕਰ ਰਹੀ ਹਾਂ ਕਿ ਜਿਹੜੀ ਸਿਹਤ ਹੈ, ਜਿਹੜਾ ਕਿ ਸਾਡਾ ਐਜੂਕੇਸ਼ਨ ਸਿਸਟਮ ਹੈ, ਉਹਨੂੰ ਐਜ਼ ਅ ਪ੍ਰਾਇੋਰਟੀ ਯੂਜ਼ ਕੀਤਾ ਜਾਵੇ। ਤੇ ਜ਼ਰੂਰੀ ਹੈ ਸਰਕਾਰ ਦੀਆਂ ਨਵੀਆਂ ਪਾਲਿਸੀਆਂ ਆ ਰਹੀਆਂ ਹੋਣਗੀਆਂ। ਕਈ ਵਾਰੀ ਇੱਦਾਂ ਵੀ ਹੁੰਦਾ ਹੈ ਕਿ ਪਾਲਿਸੀਜ਼ ਆ ਰਹੀਆਂ ਹੁੰਦੀਆਂ ਨੇ, ਉਹ ਇੰਪਲੀਮੈਂਟ ਨਹੀਂ ਹੁੰਦੀਆਂ ਨੇ ਚੰਗੀ ਤਰ੍ਹਾਂ। ਤੇ ਬਟ ਗੱਲ ਇਹ ਹੈ ਕਿ ਕਈ ਚੀਜ਼ਾਂ ਜਿਹੜੀਆਂ ਐਜੂਕੇਸ਼ਨ ਸਿਸਟਮ ਫੀਸ ਜਿਹੜੀ ਹੈਗੀ ਆ ਉਹ ਘੱਟ ਹੋਣਾ ਤੇ ਜਿਹੜਾ ਮੁਫਤ ਕਰਨਾ, ਉਹਨਾਂ ਨੂੰ ਐਜ਼ ਅ ਪ੍ਰਾਇੋਰਟੀ ਰੱਖਿਆ ਜਾਵੇ। ਤੇ ਇੱਕ ਤਰ੍ਹਾਂ ਹੁੰਦਾ ਹੈ ਫ੍ਰੀ ਐਜੂਕੇਸ਼ਨ ਹਜੇ ਬਹੁਤ ਲੰਬਾ ਪੈੜਾ ਹੁੰਦਾ ਹੈ ਫ੍ਰੀ ਐਜੂਕੇਸ਼ਨ ਦੇਣ ਦਾ। ਲੇਕਿਨ ਅਗਰ ਅਸੀਂ ਫੀਸਾਂ ਹੀ ਕੁਝ ਟਾਈਮ ਲਈ ਘਟਾ ਦਈਏ, ਥੋੜ੍ਹੀਆਂ ਮਾਤਰਾ 'ਚ ਫੀਸਾਂ ਘਟਾ ਦਿੱਤੀਆਂ ਜਾਣ, ਥੋੜ੍ਹੇ ਪੈਸੇ ਘਟਾ ਦਿੱਤੇ ਜਾਣ, ਉਹਦੇ ਨਾਲ ਹੀ ਲੋਕਾਂ ਨੂੰ ਬਹੁਤ ਰਾਹਤ ਹੋਏਗੀ। ਪੰਜਾਬ ਦੇ ਵਿੱਚ ਵੈਟਨਰੀ ਦੀ ਗੱਲ ਕਰ ਲਈਏ ਤਾਂ ਪੂਰੇ ਇੰਡੀਆ ਦੇ ਵਿੱਚ ਪੰਜਾਬ ਦੀ ਸਭ ਤੋਂ ਜ਼ਿਆਦਾ ਫੀਸ ਹੈ।
ਇੱਕ ਗਵਰਨਮੈਂਟ ਕਾਲਜ ਦੇ ਵਿੱਚ ਅਸੀਂ ਪੜ੍ਹਦੇ ਹਾਂ, ਸਾਡੀ ਫੀਸ ਜਿਹੜੀ ਆ ਉਹ 1 ਲੱਖ ਰੁਪਏ ਹੈ। ਰਾਜਸਥਾਨ ਦੀ 1 ਸਾਲ ਦੀ ਫੀਸ ਜਿਹੜੀ ਉਹ 14,000 ਹੈ। ਕਿੱਥੇ 14,000 ਤੇ ਕਿੱਥੇ 1 ਲੱਖ? ਇੱਕ ਗਰੀਬ ਬੱਚਾ ਜਿਹੜਾ ਉਹ ਇੱਥੇ ਪੜ੍ਹ ਹੀ ਨਹੀਂ ਸਕਦਾ ਹੈ। ਅਗਰ ਅਸੀਂ ਪੰਜਾਬ ਨੂੰ ਇੱਕ ਪ੍ਰੋਸਪਰਸ ਸਟੇਟ ਮੰਨਦੇ ਹਾਂ ਤਾਂ ਸਾਨੂੰ ਇਹ ਵੀ ਚਾਹੀਦਾ ਹੈ ਕਿ ਇੱਥੇ ਤੋਂ ਗਰੀਬ ਲੋਕ ਵੀ ਪੜ੍ਹਨ, ਤੇ ਇਸ ਪਾਲਿਸੀ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਗਰੀਬਾਂ ਨੂੰ ਵੀ ਪੜ੍ਹਨ ਦਾ ਮੌਕਾ ਮਿਲੇ। ਸੋ ਇਹ ਅਸੀਂ ਕੁਝ ਸਟੂਡੈਂਟ ਨਾਲ ਗੱਲਬਾਤ ਕੀਤੀ ਕਿ ਜਿਹੜੇ ਸੀਐਮ ਭਗਵੰਤ ਮਾਨ ਦੇ ਫੈਸਲੇ ਹੁੰਦੇ ਨੇ, ਜਿਹੜੇ ਆਮ ਆਦਮੀ ਪਾਰਟੀ ਦੇ ਫੈਸਲੇ ਹੁੰਦੇ ਨੇ, ਜਿਨ੍ਹਾਂ ਨੂੰ ਚੁਣ ਕੇ ਅਸੀਂ ਜਿਨ੍ਹਾਂ ਦੀ ਸਰਕਾਰ ਬਣਾਈ ਹੈ, ਜਿਹੜੇ ਉਹਨਾਂ ਦੀ ਕਾਰਗੁਜ਼ਾਰੀ ਹੈ ਉਸ ਨੂੰ ਕਿੱਦਾਂ ਦੇਖਦੇ ਨੇ, ਜਿਹੜੇ ਐਲਕੋਹਲ ਦੇ ਲਈ ਨਵੀਂ ਐਕਸਾਈਜ਼ ਪਾਲਿਸੀ ਬਣ ਰਹੀ ਹੈ ਉਸ ਚੀਜ਼ ਨੂੰ ਕਿੱਦਾਂ ਦੇਖਦੇ ਨੇ, ਜਿਹੜੀ ਐਜੂਕੇਸ਼ਨ ਫ੍ਰੀ ਦੀ ਗੱਲ ਕੀਤੀ ਗਈ ਸੀਗੀ ਉਸ ਚੀਜ਼ ਨੂੰ ਕਿੱਦਾਂ ਦੇਖਦੇ ਆ। ਕੈਮਰਾਮੈਨ ਪ੍ਰਿੰਸ ਦੇ ਨਾਲ ਮੁਹੰਮਦ ਸੋਹਰਾ,